1971 ਦੀ ਲੜਾਈ ਵਿੱਚ ਲਾਪਤਾ ਹੋਏ ਫੌਜੀ ਪਤੀ ਦੇ ਜ਼ਿੰਦਾ ਹੋਣ ਦੀ ਖਬਰ ਸੁਣ ਕੇ ਪਤਨੀ ਅਤੇ ਪਰਿਵਾਰ ਬਹੁਤ ਖੁਸ਼ ਹੋਏ। ਜਲੰਧਰ ਦੇ ਦਾਤਾਰ ਨਗਰ ਦੀ 75 ਸਾਲ ਸਤਿਆ ਦੇਵੀ ਦੀ ਕਹਾਣੀ ਆਮ ਔਰਤਾਂ ਲਈ ਇੱਕ ਮਿਸਾਲ ਹੈ। ਉਹਨਾਂ ਦਾ ਪਤੀ ਮੰਗਲ ਸਿੰਘ 1971 ਦੀ ਲੜਾਈ ਵਿੱਚ ਲਾਪਤਾ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫਤਾਰ ਕਰ ਲਿਆ ਸੀ। ਉਸ ਸਮੇਂ ਮੰਗਲ ਸਿਰਫ 27 ਸਾਲਾਂ ਦਾ ਸੀ। ਸਤਿਆ ਦੇ ਦੋ ਪੁੱਤਰ, ਇੱਕ 3 ਸਾਲਾਂ ਦਾ ਅਤੇ ਦੂਜਾ 2 ਸਾਲ ਦਾ ਉਸ ਦੀ ਗੋਦੀ ਵਿੱਚ ਸੀ। ਉਸ ਸਮੇਂ ਤੋਂ ਸਤਿਆ ਨੇ ਆਪਣੇ ਪਤੀ ਦੀ ਉਡੀਕ ਵਿੱਚ ਕਈ ਦਹਾਕੇ ਬਤੀਤ ਕੀਤੇ, ਪਰ ਵਿਦੇਸ਼ ਮੰਤਰੀ ਦੇ ਇੱਕ ਪੱਤਰ ਨੇ ਉਸ ਦੀ ਉਮੀਦ ਨੂੰ ਮੁੜ ਜੀਵਤ ਕਰ ਦਿੱਤਾ। ਇਸ ਔਰਤ ਦਾ ਨਾਮ ਸਤਿਆ ਦੇਵੀ ਹੈ, ਜਿਸ ਦੇ ਹੱਥ ਵਿੱਚ ਉਸ ਦੇ ਪਤੀ ਦੀ ਤਸਵੀਰ ਹੈ। ਉਸ ਦਾ ਪਤੀ ਭਾਰਤੀ ਫੌਜ ਵਿੱਚ ਇੱਕ ਸਿਪਾਹੀ ਸੀ। 1962 ਦੇ ਆਸ-ਪਾਸ ਉਹ ਭਾਰਤੀ ਸੈਨਾ ਦੇ ਵਿੱਚ ਭਰਤੀ ਹੋਏ ਸਨ ਅਤੇ 1971 ਵਿੱਚ ਜਦੋਂ ਉਸ ਦੇ ਪਤੀ ਨੂੰ ਰਾਂਚੀ ਵਿੱਚ ਲਾਂਸ ਨਾਇਕ ਦੇ ਅਹੁਦੇ ਲਈ ਕੋਲਕਾਤਾ ਤਬਦੀਲ ਕਰ ਦਿੱਤਾ ਗਿਆ ਅਤੇ ਬੰਗਲਾਦੇਸ਼ ਦੇ ਮੋਰਚੇ ਤੇ ਉਹਨਾਂ ਦੀ ਡਿਊਟੀ ਲਗਾਈ ਗਈ। ਕੁਝ ਦਿਨਾਂ ਬਾਅਦ ਸੈਨਾ ਵੱਲੋਂ ਇੱਕ ਤਾਰ ਆਇਆ ਕਿ ਬੰਗਲਾਦੇਸ਼ ਵਿੱਚ ਸੈਨਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਅਤੇ ਮੰਗਲ ਸਿੰਘ ਸਮੇਤ ਸਾਰੇ ਸੈਨਿਕ ਮਰ ਗਏ। ਫਿਰ 1972 ਵਿੱਚ ਰਾਵਲਪਿੰਡੀ ਰੇਡੀਓ ਤੇ ਮੰਗਲ ਸਿੰਘ ਨੇ ਸੁਨੇਹਾ ਦਿੱਤਾ ਕਿ ਉਹ ਠੀਕ ਹਨ। ਉਸ ਤੋਂ ਬਾਅਦ ਉਹ ਹੁਣ ਤੱਕ ਉਹਨਾਂ ਦੀ ਵਾਪਸੀ ਦੀ ਉਡੀਕ ਕਰ ਰਹੇ ਸੀ। ਉਸ ਸਮੇਂ ਅਸੀਂ ਰਿਹਾਈ ਲਈ ਜ਼ੋਰ ਲਗਾਇਆ, ਪਰ ਕੋਈ ਸਹਾਇਤਾ ਨਹੀਂ ਮਿਲ ਸਕੀ। ਸਤਿਆ ਦੇਵੀ ਨੇ ਬੱਚਿਆਂ ਨਾਲ ਆਪਣੇ ਪਤੀ ਦੀ ਉਡੀਕ ਕਰਨ ਦੀ ਉਮੀਦ ਨਹੀਂ ਛੱਡੀ। ਉਸ ਦੀਆਂ ਕੋਸ਼ਿਸ਼ਾਂ ਨੇ ਭਾਰਤ ਸਰਕਾਰ ਨੂੰ ਕਈ ਪੱਤਰ ਭੇਜਣ ਦੇ ਸਾਲਾਂ ਬਾਅਦ ਭੁਗਤਾਨ ਕੀਤਾ। ਹੁਣ 49 ਸਾਲਾਂ ਬਾਅਦ ਪਿਛਲੇ ਹਫ਼ਤੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਦਫ਼ਤਰ ਤੋਂ ਇੱਕ ਪੱਤਰ ਭੇਜ ਕੇ ਸਤਿਆ ਨੂੰ ਉਸ ਦੇ ਪਤੀ ਦੇ ਜ਼ਿੰਦਾ ਹੋਣ ਬਾਰੇ ਦੱਸਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਮੰਗਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਬਾਕੀ ਸਰਕਾਰ ਨਾਲ ਗੱਲ ਕਰਕੇ ਉਸ ਦੀ ਰਿਹਾਈ ਵਿੱਚ ਤੇਜ਼ੀ ਲਿਆਉਣ ਦੇ ਯਤਨ ਕੀਤੇ ਜਾਣਗੇ। ਸਤਿਆ ਅਤੇ ਉਸ ਦੇ ਦੋਵੇਂ ਬੇਟੇ ਪਿਛਲੇ 49 ਸਾਲਾਂ ਤੋਂ ਮੰਗਲ ਨੂੰ ਵੇਖਣ ਦੀ ਉਮੀਦ ਕਰ ਰਹੇ ਸਨ। ਹੁਣ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦੀ ਵਾਪਸ ਆ ਜਾਣਗੇ ਅਤੇ ਉਹਨਾਂ ਨੇ ਇਸ ਲਈ ਸਰਕਾਰ ਨੂੰ ਅਪੀਲ ਵੀ ਕੀਤੀ ਹੈ। ਅੱਛਾ ਦੱਸੋ, ਕਦੋਂ ਕਿੱਦਾਂ ਤੁਹਾਡੇ ਜਿਹੜੇ ਹੈਗੇ ਮੰਗਲ ਸਿੰਘ ਜੀ ਪਤੀ ਹੈ, ਕਦੋਂ ਫੌਜ ਦੇ ਵਿੱਚ बांग्लादेश से ये कदों ਭਰਤੀ ਕਦੋਂ ਹੋਈ ਸੀ, ਸਾਰਾ ਦੱਸ ਦਿਓ। पता है मार्च होया। ਫਿਰ ਉਸ ਤੋਂ ਬਾਅਦ ਪੂਰੀ ਦੱਸ ਦਿਓ ਨਾ ਕਿੱਦਾਂ ਕਿੱਦਾਂ ਕੀ ਹੋਇਆ, ਸਾਰਾ ਦੱਸ ਦਿਓ, ਫਿਰ ਆਪਾਂ ਪੁੱਛ ਲਾਂਗੇ। ਇਹ ਫਿਰ ਜੂਨਟ ਚ ਗਈ, ਮੈਂ ਵੀ ਨਾਲ ਹੀ ਸੀ ਜੂਨਟਾਂ ਚ। ਫਿਰ ਸਾਡੀ ਜੂਨਟ ਕਲਕੱਤੇ ਚਲ ਗਈ। ਕਲਕੱਤੇ ਫਿਰ ਅਸੀਂ ਕੁਆਟਰ ਇਹਨਾਂ ਨੇ ਲਿਆਇਆ ਸੀ। ਕਲਕੱਤੇ ਮੈਂ ਜਾਣਾ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਤੋਂ ਬਾਅਦ 20 ਤਰੀਕ ਸੰਤਾਰਨ। ਅੱਛਾ, ਫਿਰ ਤਾਂ ਫਿਰ ਕੀ ਹੋਣਾ ਸੀ, ਉਹਨਾਂ ਕਿਹਾ ਵੀ ਡੁੱਬ ਗਿਆ, ਕਿਸ਼ਤੀ ਡੁੱਬ ਗਈ ਆ। ਅੱਛਾ, ਬਸ ਆਹ ਹੀ ਵੀ ਬੰਦੇ ਨਹੀਂ ਲੱਗੇ ਵਿੱਚੋਂ। ਤੇ ਕਿਹੜੇ ਸਾਲ ਦੀ ਗੱਲ ਹੈ, ਕਦੋਂ ਇਹ ਹੋਇਆ ਸੀ? ਮੈਨੂੰ ਤਾਂ ਸੁਣਦਾ 1971 ਦੇ ਆਏ। ਫਿਰ ਪਤਾ ਕਿੱਦਾਂ ਲੱਗਾ ਵੀ ਸੰਤਾਰਾਂ ਆ ਗਈਆਂ ਘਰ। ਰੇਡੀਓ ਵਾਲਾ ਵੀ ਸੀ ਉਸ ਦਾ? ਰੇਡੀਓ ਦਾ ਕੀ ਪਤਾ? ਰੇਡੀਓ 'ਚ ਮੈਂ ਉਦੋਂ ਕੁਆਟਰਾਂ 'ਚ ਰਹਿੰਦੀ ਸੀ ਜਦ ਰੇਡੀਓ 'ਚ ਬੋਲੇ। ਕੀ ਆਵਾਜ਼ ਕੀ ਆਈ ਰੇਡੀਓ? ਇਹਨਾਂ ਨੇ ਕਿਹਾ ਵੀ ਮੈਂ ਮੰਗਲ ਸਿੰਘ ਆ, ਸਾਰਾ ਪੰਜਾਬ ਦਾ, ਮੈਂ ਫੈਮਿਲੀ ਮੈਨ ਆ, ਮੇਰੇ 2 ਬੱਚੇ ਆ। ਤਾਂ ਇੱਕ ਨਾ ਦਲਜੀਤ ਸਿੰਘ, ਇੱਕ ਨਾ ਬਲਜਿੰਦਰ ਸਿੰਘ ਆ। ਮੈਂ ਸਤਨਾਮ ਕੌਰ ਆ ਮੇਰੀ ਫੈਮਿਲੀ ਦਾ। ਬਸ। ਕੋਈ ਲੈਟਰ ਵੀ ਆਈ ਉਸ ਦੌਰਾਨ, ਕੋਈ ਚਿੱਠੀ ਆਈ ਹੋਵੇ? ਨਹੀਂ, ਚਿੱਠੀਆਂ ਨਾ ਆਉਂਦੀਆਂ ਹੀ ਆ ਇੱਦਾਂ ਹੀ। ਉਹਨਾਂ ਦੀ ਤਾਂ ਕੋਈ ਨਹੀਂ ਆਈ। ਸਰਕਾਰ ਨੇ ਜਿਹੜਾ ਹੁਣ ਤੁਹਾਨੂੰ ਦੱਸਿਆ, ਕਿੱਦਾਂ ਪਤਾ ਲੱਗਾ ਇਸ ਬਾਰੇ ਕਿ ਉਹ ਉੱਥੇ ਪੁਰਾਣੀ ਜੇਲ੍ਹ ਦੇ ਵਿੱਚ ਬੰਦ ਹੈਗੀ ਹੈ? ਹੁਣ ਇੱਕ ਚਿੱਠੀ ਹੁਣ ਆਈ ਸੀ, ਉਹਦੇ 'ਚ ਇਹ ਤਾਂ 2012 ਚ ਤਾਂ ਉਹਨੂੰ ਦੱਸ ਦਿਓ ਤੁਹਾਨੂੰ। ਯਾਰ ਪਤਾ ਨਹੀਂ ਲੱਗਦਾ, ਥੋੜਾ ਦਵਾਈ ਕਰਕੇ। ਤੇ ਕੀ ਕਹਿੰਦੇ ਜੀ ਉਹਦੇ, ਕੀ ਪਤਾ ਲੱਗਾ ਹੁਣ? ਮੈਨੂੰ ਨਹੀਂ ਪਤਾ ਲੱਗ।
ਨਹੀਂ, ਜਦੋਂ ਤੁਹਾਨੂੰ ਰੇਡੀਓ ਦੀ ਗੱਲਬਾਤ ਹੋਈ, ਹਾਂ। ਸਤਨਾਮ ਸਿੰਘ ਨੇ ਗੱਲਬਾਤ ਰੇਡੀਓ ਤੇ ਕੀਤੀ ਹੈ, ਹਾਂਜੀ ਹਾਂਜੀ, ਉਸ ਤੋਂ ਬਾਅਦ ਕੋਈ ਲੈਟਰ ਵੀ ਆਈ ਉਧਰੋਂ ਕੋਈ ਪਾਕਿਸਤਾਨ? ਲੈਟਰ ਨਹੀਂ ਆਈ। ਇਹਨਾਂ ਦੀ ਸਰਦਾਰ ਹੋਣਾ ਦੀ ਕੋਈ ਚਿੱਠੀ ਨਹੀਂ ਹੋਵੇ? ਨਹੀਂ, ਕੁਛ ਨਹੀਂ ਆਇਆ। ਫਿਰ ਪਤਾ ਕਿੱਦਾਂ ਲੱਗਾ ਵੀ ਤੁਹਾਨੂੰ? ਉਹਨਾਂ ਰੇਡੀਓ 'ਚ ਬੋਲੇ ਸੀ। ਅੱਛਾ, ਰੇਡੀਓ ਦੇ ਥਰੂ ਪਤਾ ਲੱਗਾ। ਹਾਂਜੀ। ਫਿਰ ਉਸ ਤੋਂ ਬਾਅਦ ਬਸ ਫਿਰ ਇੱਕ ਵਾਰੀ ਬੋਲੇ, ਫਿਰ ਦੁਬਾਰਾ ਤਾਂ ਬੋਲੇ ਹੀ ਨਹੀਂ। ਮੈਂ ਤਾਂ ਖਬਰ ਆਈ ਸੀ, ਫਿਰ ਖਬਰਾਂ ਚੜੀਆਂ। ਉਧਰੋਂ ਕੈਦੀ ਆਇਆ ਛੁੱਟ ਕੇ। ਇੱਕ ਕਦੀ ਆਇਆ ਛੱਡ ਕੇ, ਉਹਦੇ ਕੋ ਫਿਰ ਮੇਰੇ ਬੜੇ ਮੁੰਡੇ ਨੂੰ ਪਤਾ ਲੱਗਾ। ਕੈਦੀ ਆਇਆ, ਉਹਦੇ ਕੋਲ ਮਤਲਬ ਪਤਾ ਲੱਗਾ, ਉਧਰੋਂ ਲੈਟਰ ਦਿੱਤਾ ਬੰਦੇ ਨੂੰ ਕਿ ਨੇ। ਆਹ ਚਿੱਟਾ ਰੱਖਣਾ ਨਹੀਂ ਕੱਟ ਲਾਂਗੇ। 2012 ਚ ਨਾ, ਅੱਛਾ। ਉਧਰ ਕੱਟ ਲਾਂਗੇ ਬੰਦਾ ਛੁੱਟਿਆ। ਮਾਤਾ ਜੀ, ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਰੇਡੀਓ ਤੋਂ ਪਤਾ ਲੱਗਾ, ਫਿਰ ਪਾਕਿਸਤਾਨ ਤੋਂ ਜਿਹੜੇ ਕੈਦੀ ਛੁੱਟ ਗਿਆ ਸੀ, ਕੀ ਹੋਇਆ ਉਸ ਦੌਰਾਨ? ਸਾਰੀ ਗੱਲ ਉਦੋਂ ਤਾਂ ਪਾਕਿਸਤਾਨ ਚ ਕੋਈ ਨਹੀਂ ਸੀ ਛੁੱਟ ਕੇ ਆਇਆ, ਉਦੋਂ ਸਿਰਫ ਇਹ ਖਬਰਾਂ 'ਚ ਹੀ ਬੋਲੇ ਆ ਓਕੇ। ਰੇਡੀਓ 'ਚ। ਮੈਂ ਵੀ ਆ ਕੇ ਡਿਊਟੀ ਤੋਂ ਆ ਕੇ ਤੇ ਮੈਂ ਉਹ ਟੀਵੀ ਰੇਡੀਓ ਨੱਪਦੇ ਆ ਸੋਚ। ਤੁਸੀਂ ਕੀ ਡਿਊਟੀ ਕਰਦੇ ਸੀ ਉੱਥੇ? ਮੈਂ ਰੂਮ ਡਿਊਟੀ ਕਰਦੀ ਸੀ, ਜਿੱਦਾਂ ਮਤਲਬ ਦਵਾਈਆਂ ਦੇਣੀਆਂ। ਅੱਛਾ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਉਦੋਂ ਬਾਅਦ ਫਿਰ ਬੰਦੇ ਬੋਲੇ 3-4 ਤੇ ਸਾਡੇ ਤੀਜੇ ਨੰਬਰ ਤੇ ਫਿਰ ਇਹ ਬੋਲੇ। ਬੱਚੇ ਦੱਸੇ ਵੀ ਮੈਂ ਫੈਮਿਲੀ ਮੈਨ ਆ, 2 ਮੇਰੇ ਬੱਚੇ ਆ, ਦਲਜੀਤ ਸਿੰਘ, ਬਲਜਿੰਦਰ ਸਿੰਘ। ਤਾਂ ਬਸ ਇੰਨਾ ਹੀ ਨਾ ਦੱਸਿਆ। ਤੁਸੀਂ ਉਹਨੇ ਰਿਹਾਈ ਵਾਸਤੇ ਸਰਕਾਰ ਨੂੰ ਸੰਪਰਕ ਕੀਤਾ ਵਾ ਜੋ? ਹਾਂਜੀ ਹਾਂਜੀ, ਬਹੁਤ ਚਿੱਠੀ ਪਾਈ ਮੈਂ। ਤੇ ਕੀ ਚਿੱਠੀਆਂ ਉਹਨਾਂ ਪਾਉਣਾ ਨਹੀਂ ਕੀ ਮੈਂ ਕੀ ਜਵਾਬ ਕੀ ਆਇਆ ਚਿੱਠੀਆਂ ਦਾ? ਬਸ ਚਿੱਠੀਆਂ ਕਈ ਵਾਰੀ ਤਾਂ ਪਾਉਂਦੇ ਹੀ ਨਹੀਂ ਸੀ। ਬਸ ਇਹ ਹੀ ਕਹਿੰਦੇ ਵੀ ਅਸੀਂ ਵੀ ਆਪਣੇ ਭਰਾ ਨੂੰ ਉਡੀਕਦੇ ਆ, ਬਸ ਇਹ ਲੱਗਦੇ ਤੇ। ਤੇ ਸਾਡੀ ਫੈਮਿਲੀ ਵਿੱਚ ਕੌਣ ਸੀਗੇ? ਮੇਰੇ ਸੀ, ਮੈਂ ਉੱਥੇ ਕੁਆਟਰਾਂ 'ਚ ਰਹਿੰਦੀ ਸੀ, ਮੇਰੇ 2 ਬੱਚੇ ਸੀ ਬਸ। ਤੇ ਉਸ ਤੋਂ ਬਾਅਦ ਕਿੱਦਾਂ ਫੈਮਿਲੀ ਵਿੱਚ ਗੁਜ਼ਾਰਾ ਕੀਤਾ, ਕਿੱਦਾਂ ਸਰਵਾਈਵ ਕੀਤਾ? ਮੈਂ ਖੁਦ ਡਿਊਟੀ ਆਪ ਕਰਦੀ ਸੀ। ਕੁਝ ਮੈਨੂੰ ਪੈਨਸ਼ਨ ਮਿਲਦੀ ਸੀ 250, ਕੁਝ ਮੈਂ ਆਪ ਕੰਮ ਕਰਦੀ ਸੀ। ਸਿਲਾਈ ਵੀ ਮੈਨੂੰ ਆਉਂਦੀ ਆ, ਮੈਂ ਸਿਲਾਈ ਵੀ ਕਰਦੀ ਸੀ, ਨਿੱਕਰਾਂ ਸੀਂਦੀ ਸੀ, ਕਿਸੇ ਦਾ ਸੂਟ ਆ ਗਿਆ ਉਹ ਵੀ ਮੈਂ ਸੀਂਦੀ ਸੀ। ਬਸ ਆਹ ਕੰਮ ਕਰਦੀ ਸੀ ਮੈਂ। ਤੇ ਜਿਹੜਾ ਪਿੰਡ ਸੀਗਾ ਆਪਣਾ ਆਦਮਪੁਰ ਵਾਲਾ ਡਰੋਲੀ ਕੋਲ, ਡਰੋਲੀ ਕੋਲ, ਉਹ ਕਦੋਂ ਛੱਡਿਆ? ਉਹ ਤਾਂ ਉਦੋਂ ਹੀ ਛੱਡ ਦਿੱਤਾ ਸੀ ਮੈਂ। ਉਦੋਂ ਛੱਡ ਕੇ ਫਿਰ ਤੁਸੀਂ ਨਾਲ ਹੀ ਕੁਆਟਰਾਂ 'ਚ ਜਿੱਥੇ ਕਲਕੱਤੇ ਡਿਊਟੀ ਲੱਗੀ ਜਾਂ ਕਿਤੇ ਵੀ ਡਿਊਟੀ? ਹਾਂ, ਮੈਂ ਨਾਲ ਹੀ ਰਹੀ ਆ। ਘਰ ਤਾਂ ਫਿਰ ਅਸੀਂ ਘਰਦਿਆਂ ਨੇ ਰਹਿਣ ਹੀ ਨਹੀਂ ਦਿੱਤਾ ਸਰ, ਜਿਹੜੀ ਗੱਲ ਆ। ਮੈਨੂੰ ਮਗਰੋਂ ਇਕੱਲੀ ਨੂੰ ਵੀ ਨਹੀਂ ਰਹਿਣ ਦਿੱਤਾ। ਘਰ ਛੱਤਿਆ, ਛੱਤ ਕੇ ਦੇ ਕੇ ਗਿਆ ਸੀ ਫਿਰ ਮੈਨੂੰ। ਜਲੰਧਰ ਕਿੱਦਾਂ ਆਏ ਤੁਸੀਂ ਇੱਥੇ? ਇੱਥੇ ਸਾਨੂੰ ਕੁਆਟਰ ਮਿਲ ਗਿਆ ਸੀ, ਕੁਆਟਰ ਅੱਛਾ ਜੀ। ਸਾਨੂੰ ਸਭ ਫੌਜ ਵਾਲਿਆਂ ਨੇ ਕੁਆਟਰ ਦਵਾਤਾ। 10-12 ਸਾਲ ਮੈਂ ਕੁਆਟਰਾਂ 'ਚ ਹੀ ਇੱਥੇ ਹੀ ਰਹੀ। ਹੋਰ ਵੀ ਸੀ 2 ਫੈਮਲੀਆਂ ਮੇਰੇ ਨਾਲ, ਉਹ ਵੀ ਇੱਦਾਂ ਦੀ ਸੀ, ਮੈਂ ਵੀ ਇੱਦਾਂ ਦੀ ਸੀ। ਸਾਨੂੰ ਫਿਰ ਕੁਆਟਰ ਮਿਲ ਗਿਆ, ਅਸੀਂ ਆਪਣੇ ਕੁਆਟਰਾਂ 'ਚ ਫਿਰ ਰਹਿਣਾ, ਡਿਊਟੀ ਜਾਣਾ। ਮੈਂ ਜਾਣੀ ਕੰਮ ਨਹੀਂ ਮੈਂ ਛੱਡਿਆ, ਕਰਦੀ ਰਹਿਣਾ। ਫਿਰ ਆਪਣੇ ਬੱਚੇ ਵੀ ਪਾਲਣੇ ਸੀ ਨਾ। ਤਾਂ ਫਿਰ ਮੈਂ, ਛੋਟਾ ਮੁੰਡਾ ਮੇਰਾ ਬਿਮਾਰ ਹੋ ਗਿਆ, ਇਹ ਬੜਾ ਰਾਮਗੜ੍ਹ ਚਲੇ ਗਿਆ। ਰਾਮਗੜ੍ਹ ਜਾਣ 'ਚ ਫਿਰ ਮੈਂ ਛੋਟੇ ਨੂੰ ਛੱਡਣ ਗਈ। ਫਿਰ ਉਹਨਾਂ ਨੇ ਮੈਨੂੰ ਉੱਥੇ ਕੁਆਟਰ ਦੇ ਦਿੱਤਾ ਅਫਸਰ ਨੇ, ਰੋਟੀ ਵੀ ਕੁਆਟਰ ਵੀ। ਫਿਰ ਉੱਥੇ ਰਹਿਣ ਲੱਗ ਪਈ, ਕਾਫੀ ਟਾਈਮ ਮੈਂ ਉੱਧਰ ਰਹੀ। ਹੁਣ ਇੰਨਾ ਸਮਾਂ ਹੋ ਗਿਆ ਤੁਹਾਨੂੰ ਆਪਣੇ ਹਸਬੈਂਡ ਤੋਂ ਅਲੱਗ ਹੋਇਆ, ਹਾਂਜੀ। ਸਰਕਾਰ ਨੂੰ ਚਿੱਠੀਆਂ ਵੀ ਲਿਖ ਲਈਆਂ, ਹਾਂ, ਹੁਣ ਕੀ ਮੰਗ ਹੈਗੀ ਹੈ? ਹੁਣ ਤਾਂ ਮੰਗ ਇਹ ਹੀ ਆ। ਹੁਣ ਵੀ ਇਹ ਚਿੱਠੀਆਂ ਸਾਨੂੰ ਆਈਆਂ ਬਈ ਬੰਦੇ ਹੈਗੇ ਆ, ਮੰਗਲ ਸਿੰਘ ਦਾ ਵੀ ਨਾਮ ਵਿੱਚ ਹੈਗਾ ਆ। ਅਸੀਂ ਕਹਿੰਦੇ ਭੇਜ ਦਿਓ, ਫਿਰ ਹੈਗਾ ਤਾਂ ਨਾ। ਜਿਹੜੀ ਹੁਣ ਚਿੱਠੀ ਹੈ ਉਹਦੇ ਵਿੱਚ ਕੀ ਕਿਹਾ ਗਿਆ ਕਿ ਕਦੋਂ ਤੱਕ ਸੰਪਰਕ ਕਰਨਗੇ? ਹੁਣ ਇਹਨਾਂ ਨੇ ਪੜ੍ਹੀ ਆ ਜਸਵਿੰਦਰ ਨੇ। ਉਹਨੇ ਉਹ ਹੀ ਦੱਸਿਆ ਵਿੱਚ ਕਿ 83 ਬੰਦੇ ਹੈਗੇ ਜੇਲ੍ਹ 'ਚ, ਆਪਣੇ ਇੰਡੀਆ ਦੇ ਫੌਜੀ ਜਿਹੜੇ ਆ, ਉਹਨਾਂ ਵਿੱਚ ਮੰਗਲ ਸਿੰਘ ਦਾ ਨਾਮ ਵੀ ਹੈਗਾ ਆ। ਬਸ ਇੰਨਾ ਹੀ ਆ ਕੀ ਕਹਿੰਦੇ? ਵੀ ਮੰਗਲ ਸਿੰਘ ਦਾ ਵੀ ਨਾਂ ਹੈਗਾ ਉਹਦੇ 'ਚ, 83 ਬੰਦਿਆਂ ਦੇ ਵਿੱਚ। ਅੱਛਾ, 83 ਬੰਦੇ ਜਿਹੜੇ ਹੈਗੇ ਇਸ ਵੇਲੇ ਹੈਗੇ ਆ ਹਾਂਜੀ। ਜੇਲ੍ਹ 'ਚ ਅੰਦਰ, ਹਾਂਜੀ, ਫੌਜੀ ਬੰਦੇ ਆਪਣੇ। ਫੌਜੀ ਆ। ਕਦੀ ਬੱਚਿਆਂ ਨੇ ਪੁੱਛਿਆ ਬਾਪ ਬਾਰੇ? ਕਿਉਂਕਿ ਬੱਚੇ ਤਾਂ ਉਦੋਂ ਛੋਟੇ ਸੀਗੇ। ਬੱਚੇ ਦਾ ਪੁੱਛਦੇ ਹੀ ਆ। ਤੇ ਮੇਰੇ ਖਿਆਲ ਤੁਹਾਡੇ ਇੱਕ ਬੇਟਾ ਨੌਕਰੀ ਵੀ ਕਰਦਾ ਆਰਮੀ ਦੇ ਵਿੱਚ ਹੀ ਹੈ। ਇਹ ਹੀ ਕਰਦਾ ਸੀ, ਆ ਬਤਾ ਇਹਦੇ ਘਰ ਵਾਲਾ ਤੇ ਉਹਨਾਂ ਨੂੰ ਨਹੀਂ ਛੱਡਿਆ। ਪਤਾ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਮੰਗਲ ਸਿੰਘ ਹੈ ਜਾਂ ਨਹੀਂ ਹੈ ਜਾਂ ਕਿੱਦਾਂ?
ਉਹ ਹੁਣ ਕੋਸ਼ਿਸ਼ ਕਰਦੇ ਆ। ਉਹੋ ਹੀ ਕੋਸ਼ਿਸ਼ ਕਰਦਾ ਬਹੁਤ ਉਹ। ਕੋਸ਼ਿਸ਼ ਬਦੌਲਤ ਹੁਣ ਅੱਜ ਤੱਕ ਪਹੁੰਚੇ ਸੀ। 2012 ਤੋਂ ਲਗਾਤਾਰ ਕੋਸ਼ਿਸ਼ ਕਰਦੇ ਆ। ਇੰਦਰ ਕੌਰ ਤੁਸੀਂ ਇਸ ਘਰ ਦੀ ਵੱਡੇ ਨੂੰਹ ਮੈਂ ਜੀ ਇਹਨਾਂ ਦੀ। ਜਦੋਂ ਤੁਸੀਂ ਆਏ ਕੀ ਪਤਾ ਲੱਗਾ ਮੰਗਲ ਸਿੰਘ ਉਹਨਾਂ ਬਾਰੇ, ਫੈਮਿਲੀ ਬਾਰੇ, ਕਿੱਦਾਂ ਸਾਰੀ ਥੋੜ੍ਹਾ ਜਿਹਾ ਦੱਸੋ। ਹਾਂਜੀ, ਜਦੋਂ ਜੀ ਮੇਰਾ ਵਿਆਹ ਹੋਇਆ ਉਦੋਂ ਮਾਤਾ ਸਾਡੇ ਕਹਿੰਦੇ ਸੀਗੇ ਕਿ ਸਾਰੇ ਕਹਿੰਦੇ ਸੀ ਮਾਤਾ ਸ਼ਹੀਦ ਹੋ ਗਿਆ। ਇਹ ਕਹਿੰਦੇ ਸੀ ਸ਼ਹੀਦ ਨਹੀਂ ਹੋਏ, ਮੈਨੂੰ ਯਕੀਨ ਹੈ ਪੂਰਾ ਹੈਗੇ ਆ। ਕਹਿੰਦੇ ਉਹਨਾਂ ਨੂੰ ਸ਼ਹੀਦ ਨਾ ਕਹੋ ਕੋਈ ਵੀ, ਤੇ ਸਾਨੂੰ ਅਜੇ ਵੀ ਆਸ ਹੈਗੀ ਆ ਕਿ ਉਹ ਹੈਗੇ ਆ। ਤੇ ਉਹ ਸਾਡੀ ਇਹ ਜਿਹੜੀ ਆਸ ਸਾਡੀ ਉਸ ਵੇਲੇ ਪੱਕੀ ਹੋਈ ਕਿ ਜਦੋਂ 2012 ਵਿੱਚ ਪਾਕਿਸਤਾਨ ਜੇਲ੍ਹ 'ਚੋਂ ਕੈਦੀ ਛੱਡਿਆ ਉਹਨਾਂ ਨੇ, ਰਿਫੂਦੀਨ ਨਾਮ ਦਾ, ਉਹ ਆਇਆ। ਉਹਦੇ ਹੱਥ ਵਿੱਚ ਮਤਲਬ ਉੱਧਰੋਂ ਇੱਕ ਬੰਦਾ ਕੇ ਸ਼ਰਮਾ ਆ, ਉਹਨੇ ਨਾ ਮਤਲਬ ਲੈਟਰ ਭੇਜਿਆ ਸੀਗਾ। ਉਹਨੇ ਦੱਸਿਆ ਸੀ ਕਿ ਇੱਥੇ ਪਾਕਿਸਤਾਨ ਜੇਲ੍ਹ 'ਚ ਆਪਣੇ ਭਾਰਤੀ ਫੌਜੀ ਬੰਦੇ ਹੈਗੇ ਆ, ਉਹਨਾਂ ਵਿੱਚ ਮੰਗਲ ਸਿੰਘ ਨਾਮ ਵੀ ਵਿੱਚ ਆਇਆ ਸੀਗਾ। ਉਹ ਕਹਿੰਦੇ ਉਹਨਾਂ ਦੀ ਮਤਲਬ ਇੰਨੀ ਮਤਲਬ ਜਿਹੜੀ ਸਥਿਤੀ ਹੈ ਨਾ ਦਇਆਨੀਕ ਆ, ਤੇ ਆਪਣੀ ਗੌਰਮੈਂਟ ਇੱਧਰਲੀ ਕਿਉਂ ਨਹੀਂ ਛਡਾ ਰਹੀ ਉਹਨਾਂ ਨੂੰ। ਉਹਨੇ ਰਿਕੁਐਸਟ ਕੀਤੀ ਸੀ ਕਿ ਆਪਣੇ ਭਾਰਤੀ ਜਿਹੜੇ ਹੈਗੇ ਆ ਗੌਰਮੈਂਟ ਆ, ਆਪਾਂ ਇਹਨਾਂ ਨੂੰ ਛਡਾਇਆ ਜਾਵੇ ਜਿਹੜੇ ਫੌਜੀ ਆ। ਕਹਿੰਦੇ ਇੰਨੇ ਉਹਨਾਂ ਦੀਆਂ ਸਜ਼ਾਵਾਂ ਮਤਲਬ ਦੋਹਰੀ ਵਾਰੀ ਪੂਰੀਆਂ ਹੋ ਗਈਆਂ। ਮਤਲਬ ਉਮਰ ਕੈਦ ਵੀ 20 ਸਾਲ ਦੀ ਆ, ਇਹਨਾਂ ਦਾ ਹੁਣ 40 ਸਾਲ 42 ਸਾਲ ਕਿੰਨੇ ਹੋ ਗਏ ਆ। ਉਹਨੇ ਮਤਲਬ ਇਹ ਰਿਕੁਐਸਟ ਉੱਥੇ ਕੀਤੀ ਸੀ ਕਿ ਉਹਨਾਂ ਨੂੰ ਛਡਾਇਆ ਜਾਵੇ। ਤਾਂ ਉਹ ਫਿਰ ਲੈਟਰ ਇੱਥੇ ਆ ਕੇ ਜਦੋਂ ਪੇਪਰ 'ਚ ਛਪਿਆ, ਜਿਹੜਾ ਅਸੀਂ ਫਿਰ ਉਸ ਬੰਦੇ ਨੂੰ ਨਾ ਰਿਫੂਦੀਨ ਜਿਹੜਾ ਆ ਉਹ ਸੀਗਾ ਮੇਰਠ ਦੇ ਕੋਲ, ਕਿਹੜਾ ਬੁਲੰਦ ਸ਼ਹਿਰ ਦਾ। ਫਿਰ ਮੇਰੇ ਹਸਬੈਂਡ, ਮਾਤਾ ਮੇਰੀ, ਇਹ ਸਾਰੇ ਜਾਣੇ ਫਿਰ ਗਏ ਉੱਥੇ ਬੁਲੰਦ ਸ਼ਹਿਰ ਗਏ। ਉਸ ਬੰਦੇ ਨਾਲ ਫਿਰ ਵਾਰਤਾ ਕੀਤੀ ਤੇ ਉਹਨੇ ਵੀ ਦੱਸਿਆ, ਕਹਿੰਦੇ ਹਾਂ ਮੈਨੂੰ ਕੇ ਨੇ ਲੈਟਰ ਦਿੱਤਾ ਸੀਗਾ। ਤਾਂ ਉਹਨੇ ਮਤਲਬ ਕਹਿੰਦਾ ਆਪਣੇ ਬੰਦੇ ਕਾਫੀ ਆ ਉੱਥੇ, ਪਰ ਜਿਹੜੀ ਜਦੋਂ ਆਪਣੇ ਇੱਧਰੋਂ ਕੋਈ ਮਿਲਣ ਜਾਂਦਾ ਆ ਉਹ ਪਾਕਿਸਤਾਨ ਦੇ ਜਿਹੜੇ ਹੈਗੇ ਆ ਉਹ ਲੁਕੋ ਲੈਂਦੇ ਆ। ਇੱਕ ਜੇਲ੍ਹ 'ਚ ਜਾਂਦੇ ਆ, ਉਹ ਦੂਜੀ ਜੇਲ੍ਹ 'ਚ ਭੇਜ ਦਿੰਦੇ ਆ। ਜੇ ਦੂਜੀ ਜੇਲ੍ਹ 'ਚ ਜਾਂਦੇ ਆ ਫਿਰ ਤੀਜੀ ਜੇਲ੍ਹ 'ਚ ਭੇਜ ਦਿੰਦੇ ਆ, ਮਤਲਬ ਪੇਸ਼ ਨਹੀਂ ਕਰਦੇ ਹੈਗੇ ਕਿਸੇ ਨੂੰ। ਜਿਹੜੀ ਆਖਰੀ ਲੈਟਰ ਆਈ ਉਹ ਕਦੋਂ ਆਈ ਸੀਗੀ? ਇਹ ਹੁਣ ਲੈਟਰ ਭਾਜੀ ਫਿਰ ਇਹ ਮਤਲਬ ਇਹਨਾਂ ਨੇ ਜੇ ਤੁਹਾਨੂੰ ਪਤਾ ਲੱਗਾ ਕਿ ਅਸੀਂ ਗੌਰਮੈਂਟ ਨੂੰ ਲੈਟਰ ਪਾਉਣੇ ਸ਼ੁਰੂ ਕਰਤੇ। ਹਰੇਕ ਜਿਹੜੀ ਗੌਰਮੈਂਟ ਨੇ ਤੁਹਾਨੂੰ ਭੇਜੀ ਉਹ? ਹਾਂਜੀ, ਉਹਨਾਂ ਦੇ ਪਹਿਲਾਂ ਲੈਟਰ ਆਉਂਦੇ ਰਹੇ ਆ। ਪਹਿਲਾਂ ਤਾਂ ਉਹ ਮੰਨਦੇ ਨਹੀਂ ਸੀਗੇ, ਤੁਹਾਡੇ ਕੋਲ ਕੀ ਸਬੂਤ ਆ, ਜੇ ਆ ਉਹ ਕਰਦੇ ਰਹੇ। ਤੇ ਫਿਰ ਕਹਿੰਦੇ ਅਸੀਂ ਕੋਈ ਨਹੀਂ, ਅੱਗੇ ਕਾਰਵਾਈ ਪਾਈ ਜੂਗਾ। ਅਸੀਂ ਪਾਕਿਸਤਾਨ ਵਿੱਚ ਕਾਰਵਾਈ ਪਾਈ ਆ, ਤੇ ਉਹਨਾਂ ਦਾ ਕੋਈ ਸਿੱਟਾ ਨਹੀਂ ਮਤਲਬ ਨਿਕਲਿਆ। ਹਰੇਕ ਵਿਦੇਸ਼ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜਿੰਨੇ ਵੀ ਹੈਗੇ ਮੰਤਰੀ ਸਾਰਿਆਂ ਨੂੰ ਪਾਈ, ਖੱਤ ਪਾਏ ਆ। ਤਾਂ ਇਹਨਾਂ ਨੇ ਮਤਲਬ ਫਿਰ ਵੀ 3-3 ਮਹੀਨੇ ਬਾਅਦ ਲੈਟਰ ਪਾਉਂਦੇ ਰਹੇ ਆ। ਤੇ ਹੁਣ ਜਿਹੜਾ ਅਸੀਂ ਪਾਇਆ ਲੈਟਰ ਉਹਨਾਂ ਨੂੰ, ਇਹ ਹੁਣ ਹਫ਼ਤਾ ਕੁ ਹੋਇਆ ਉਹਦਾ ਜਵਾਬ ਆਇਆ। ਹੁਣ ਕੀ ਜਵਾਬ ਚ ਕੀ ਉਹਨਾਂ ਨੇ ਕਿਹਾ, ਅਸੀਂ ਕਿਹਾ ਸੀਗਾ ਮਤਲਬ 52 ਬੰਦੇ ਉੱਧਰ ਹੈਗੇ ਆ ਕੈਦੀ। ਉਹ ਕਹਿੰਦੇ ਨਹੀਂ ਜੀ 83 ਬੰਦੇ ਹੈਗੇ ਆ, ਉਹਨਾਂ ਵਿੱਚ ਮੰਗਲ ਸਿੰਘ ਦਾ ਨਾਮ ਵੀ ਹੈਗਾ ਆ। ਤੇ ਤਾਂ ਸਾਨੂੰ ਪੂਰਾ ਯਕੀਨ ਹੋ ਗਿਆ ਕਿ ਸਾਡੀ ਤਾਂ ਇਹ ਰਿਕੁਐਸਟ ਹੈ ਹੁਣ ਸਰਕਾਰ ਅੱਗੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਛੁਡਾਇਆ ਜਾਵੇ। ਕੀ ਦੱਸਿਆ ਉਹਨੇ ਕਿਹੜੀ ਕੋਰਟ ਦੇ ਵਿੱਚ? ਹਾਂਜੀ, ਨਹੀਂ ਇਹ ਨਹੀਂ ਉਹਨਾਂ ਨੇ ਦੱਸਿਆ। ਉਹ ਕਹਿੰਦੇ ਮਤਲਬ ਆਪਣੇ ਜਿਹੜੇ ਇੰਡੀਆ ਦੇ ਨਾ 83 ਬੰਦੇ ਆਪਣੇ ਜਿਹੜੇ ਫੌਜੀ ਆ, 83 ਫੌਜੀ ਹੈਗੇ ਆ, ਉਹਨਾਂ ਵਿੱਚ ਮੰਗਲ ਸਿੰਘ ਦਾ ਨਾਮ ਵੀ ਹੈਗਾ ਆ। ਤੇ ਜਿਹੜਾ ਉਧਰ ਇੱਕ ਵਾਰੀ ਪਾਕਿਸਤਾਨ ਦਾ ਨਾ ਆਇਆ ਸੀ ਵਿਦੇਸ਼ ਮੰਤਰੀ, ਕੁਰੈਸ਼ੀ ਆ ਕੀ ਨਾਂ ਉਹਦਾ, ਤਾਂ ਉਹਨੇ ਵੀ ਕਿਹਾ ਸੀਗਾ ਕਿ ਉਹਨੇ ਜਦ ਦੇਖਿਆ ਨਾ ਡੈਡੀ ਦਾ ਫੋਟੋ ਦੇਖੀ, ਨਾਮ ਦੇਖਿਆ, ਉਹਨੇ ਵੀ ਕਿਹਾ ਕਿ ਇਸ ਨਾਂ ਦਾ ਬੰਦਾ ਹੈਗਾ। ਉਹਨੇ ਫੋਟੋ ਦੇਖਦੇ ਸਾਰੇ ਕਹਿਤਾ ਸੀਗਾ, ਨਾਮ ਦੇਖਦੇ ਸਾਰੇ, ਉਹ ਕਹਿੰਦਾ ਇਹ ਨਾਂ ਦਾ ਬੰਦਾ ਹੈਗਾ ਆ। ਤੁਹਾਡੀ ਕਦੀ ਫੋਨ ਤੇ ਗੱਲਬਾਤ ਹੋਈ ਹੋਵੇ? ਨਹੀਂ ਭਾਜੀ, ਫੋਨ ਤੇ ਨਹੀਂ ਕਦੀ ਗੱਲ ਹੋਈ। ਜਾਂ ਕਦੀ ਕੋਈ ਚਿੱਠੀ? ਕੁਛ ਨਹੀਂ, ਬਸ ਇਦਾਂ ਦਾ ਉਹਨਾਂ ਨੇ ਉਧਰ ਕੋਈ ਚਿੱਠੀ ਪਾ ਸਕਦੇ ਹੁਣ ਤਾਂ ਪਾਉਣਗੇ। ਲਿਖਤੀ ਪੜਤੀ ਆ ਬਸ? ਹਾਂਜੀ 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 ਕੋਈ ਪਤਾ ਲੱਗਾ ਵੀ? ਹਾਂਜੀ ਹਾਂਜੀ। ਹੁਣ ਮੰਗ ਕੀ ਹੈ ਕਿ ਸਰਕਾਰ ਕੋਲ? ਭਾਰਤ ਇਹ ਮੰਗ ਹੈ ਉਹਨਾਂ ਨੂੰ ਜਲਦੀ ਜਲਦੀ ਛਡਾਇਆ ਜਾਵੇ। ਜਿੱਦਾਂ ਅਭਿਨੰਦਨ ਨੂੰ ਲੈ ਕੇ ਆਏ ਆ ਥੋੜੇ ਦਿਨਾਂ ਦੇ ਵਿੱਚ, ਤਾਂ ਬਾਕੀ ਵੀ ਸਾਰੇ ਫੌਜ ਦੇ ਬੰਦੇ ਹੀ ਆ, ਉਹ ਵੀ ਕਿਸੇ ਦੇ ਮਾਂ ਦੇ ਪੋਤੇ ਆ, ਉਹ ਵੀ ਕਿਸੇ ਦੇ ਘਰ ਵਾਲੇ ਆ, ਉਹਨਾਂ ਨੂੰ ਵੀ ਲਿਆਂਦਾ ਜਾਵੇ। ਅੱਛਾ, ਕਦੀ ਉਹ ਹਿਊਮਨ ਰਾਈਟਸ ਜਿਹੜੇ ਉੱਥੇ ਦੇ ਪਾਕਿਸਤਾਨ ਦੇ ਉਹਨਾਂ ਨਾਲ ਗੱਲ ਹੋਈ ਹੋਵੇ? ਉਹਨਾਂ ਨੇ ਕਦੀ ਕਿਤੇ, ਕਈ ਵਾਰ ਉਹਨਾਂ ਨੇ ਕਈ ਕੈਦੀਆਂ ਬਾਰੇ ਜ਼ਿਕਰ ਕੀਤਾ? ਨਹੀਂ ਜੀ, ਉਹਨਾਂ ਨਾਲ ਕਦੀ ਗੱਲ ਨਹੀਂ ਹੋਈ। ਅਜੇ ਸਾਡੀ ਸਿਰਫ ਸਰਕਾਰ ਦੇ ਨਾਲ ਲੈਟਰਾਂ ਥਰੂ ਜਿਹੜੀ ਸਾਡੀ ਚੱਲਦੀ ਆ। ਪਹਿਲਾਂ ਸਰਕਾਰ ਮੰਨਦੀ ਨਹੀਂ ਸੀ, ਹੁਣ ਸਰਕਾਰ ਨੇ ਮਤਲਬ ਆਪੇ ਕਹਿਤਾ ਕਿ ਮੰਗਲ ਸਿੰਘ ਨਾਂ ਦਾ ਬੰਦਾ ਹੈਗਾ ਆ। ਤਾਂ ਹੁਣ ਉਸ ਤੋਂ ਬਾਅਦ 'ਚ ਅੱਗੇ ਅਸੀਂ ਕਾਰਵਾਈ ਕਰਾਂਗੇ। ਫਿਰ ਹੋਰ ਵੀ ਕਦੋਂ ਮੰਨੇ ਨੇ? ਆ ਹੁਣ ਜਿਹੜਾ ਹਫ਼ਤਾ ਹੋਇਆ, ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ ਨਾ, ਉਹ ਹੁਣ ਮੰਨ ਗਏ ਆ। ਮੰਨਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਨਾਲ ਵਾਰਤਾਲਾਪ ਕੀਤੀ? ਨਹੀਂ, ਅਜੇ ਨਹੀਂ, ਹੁਣ ਸਾਡੀ ਚੱਲਦੀ ਆ। ਹੁਣ ਅਜੇ ਤਾਂ ਤੁਹਾਡੇ ਨਾਲ ਹੀ ਗੱਲਬਾਤ ਚੱਲਦੀ ਸਾਡੀ। ਕੀ ਹੁਣ ਗੱਲ? ਤੁਸੀਂ ਸਾਨੂੰ ਗਾਹ ਸੰਦੇਸ਼ਾ ਤੁਸੀਂ ਪਹੁੰਚਾਉਣੇ ਆ।
ਅੱਛਾ ਉਹਨਾਂ ਤੱਕ ਕੋਈ ਹਾਂਜੀ ਗੱਲਬਾਤ ਨਹੀਂ ਹੋਈ? ਨਹੀਂ ਅਜੇ ਕੋਈ ਗੱਲ ਨਹੀਂ ਹੋਈ ਕਿਉਂਕਿ ਆ ਦਿੱਲੀ ਅੰਦੋਲਨ ਚੱਲਦਾ ਕਰਕੇ ਅਜੇ ਸਾਰੀ ਸਰਕਾਰ ਵੀ ਗੱਲ ਨਹੀਂ ਸੁਣ ਰਹੀ ਕਿਸੇ ਦੀ ਵੀ। ਜਿਹੜੀ ਚਿੱਠੀ ਆਈ ਉਹ ਕਿੰਦੇ ਵੱਲੋਂ, ਕਿਸੇ ਵਿਅਕਤੀਗਤ ਤੌਰ ਤੇ ਹੈ ਕਿ ਮੰਤਰਾਲੇ? ਉਹ ਵਿਦੇਸ਼ ਮੰਤਰੀ ਦੀ ਆਈ ਆ। ਫਿਰ ਉਸ ਤੋਂ ਬਾਅਦ ਤੁਸੀਂ ਕੋਈ ਗੱਲ ਨਹੀਂ ਕੀਤੀ? ਨਹੀਂ ਜੀ ਹੁਣੀ ਕੋਈ ਥੋੜੇ ਉਹਨਾਂ ਨੇ ਦਿਨ ਸੰਪਰਕ ਕਰਨ ਦੀ ਗੱਲ ਕਹੀ ਉਹਦੇ 'ਚ? ਸੰਪਰਕ ਕਰਨੇ ਉਹ ਕਹਿੰਦੇ ਤੁਹਾਨੂੰ ਦੱਸਾਂਗੇ ਜਦੋਂ ਸਾਡੀ ਕਹਿੰਦੇ ਗਾਂ ਅਸੀਂ ਮਤਲਬ ਪਾਕਿਸਤਾਨ ਨੂੰ ਅਸੀਂ ਗੱਲ ਕਰਾਂਗੇ ਫਿਰ ਅਸੀਂ ਤੁਹਾਨੂੰ ਦੱਸਾਂਗੇ। ਉਹਨੇ ਇੰਨੀ ਗੱਲ ਕਹੀ ਆ। ਤੇ ਹੁਣ ਓਵਰਆਲ ਅਸੀਂ ਘਰ ਦੀ ਗੱਲ ਕੀਤੀ, ਘਰ ਦਾ ਕਿਸ ਤਰ੍ਹਾਂ ਫਿਰ ਪਿੱਛੋਂ ਰਿਹਾ? ਪਿੱਛੇ ਬਸ ਠੀਕ ਠਾਕ ਚੱਲਦਾ ਆਪਣਾ, ਮਿਹਨਤ ਕਰਦੇ ਆ ਤੇ ਖਾਂਦੇ ਆ। ਪਰਿਵਾਰ ਬਾਰੇ ਦੱਸ ਦਿਓ, ਸਾਨੂੰ ਪੂਰਾ ਡਿਟੇਲ 'ਚ ਦੱਸ ਦਿਓ ਮੰਗਲ ਸਿੰਘ ਜੀ ਦੇ ਪੂਰੇ ਪਰਿਵਾਰ ਬਾਰੇ। ਹਾਂਜੀ ਉਹਨਾਂ ਦੇ 2 ਬੇਟੇ ਆ, ਇੱਕ ਛੋਟਾ ਬੇਟਾ, ਦੋਨੇ ਡਰਾਈਵਰੀ ਕਰਦੇ ਆ ਇਸ ਵੇਲੇ, ਆਪਣੇ ਆਪਣੇ ਟੈਕਸੀਆਂ ਲਈਆਂ ਆ। ਤਾਂ ਹੁਣ ਅੱਜ ਕੱਲ੍ਹ ਟੈਕਸੀਆਂ ਦੇ ਕੰਮ ਵੀ ਬੰਦ ਹੋਏ ਸੀਗੇ ਕਰੋਨਾ ਤੌਰ ਤੇ। ਅਸੀਂ ਬਹੁਤ ਮਤਲਬ ਮੁਸ਼ਕਲ ਦੇ ਦੌਰ ਤੋਂ ਗੁਜ਼ਰੇ ਭਾਜੀ ਇਸ ਸਮੇਂ 'ਚ। ਤਾਂ ਇਹਨਾਂ ਦੇ ਪੋਤੇ ਆ, 2 ਬੱਚੇ ਛੋਟੇ ਮੁੰਡੇ ਦੇ ਆ, ਕੁੜੀ ਮੁੰਡਾ, ਤੇ 2 ਸਾਡੇ ਆ ਬੇਟੇ। ਇੱਕ ਬੱਚਾ ਪੜ੍ਹਨ ਗਿਆ ਆ ਬਾਹਰ ਆਸਟਰੀਆ 'ਚ, ਤੇ ਇੱਕ ਹੀ ਛੋਟਾ ਡਿਗਰੀ ਕਰ ਰਿਹਾ। ਹਾਂਜੀ ਤਾਂ ਮੈਂ ਵੀ ਘਰ 'ਚ ਸਿਲਾਈ ਕਰਦੀ ਹਾਂ। जी सर, आपका नाम? मेरा नाम सर कमलजोत सिंह है। कमलजोत जी, मंगल सिंह जी आपके क्या लगते थे? वो मेरे दादाजी लगते हैं। और बताइए अभी क्या गर्व महसूस होता है कि आपके पिताजी देश के लिए ये है, लेकिन कमलजोत जी, मंगल सिंह आपके क्या लगते हैं? ये मेरे दादाजी लगते हैं। हाँ जी, और मैं उनका ग्रैंडसन हूँ। तो कैसे पता चला कि वो अभी पाकिस्तान की जेल में बंद है? थोड़ा डिटेल में बता दें। ऐसे है, पहले तो जब दादी जी 1972 में ना इन्होंने रेडियो पे सुना था, तो ये अपने MI रूम में ड्यूटी कर रहे थे और वहाँ पे ये बोले थे कि अपना नाम, अपना बैच नंबर और अपने परिवार के बारे में बताया था इन्होंने। तो उसके बाद इन्होंने कार्रवाई की सरकार से। तो अब तभी तो बच्चे इनके छोटे थे, तो प्रॉपर इन्होंने पूरी कार्रवाई नहीं की, अपने बच्चे भी पालने थे। तो उसके बाद में 2012 में जब है ना रिफुद्दीन नाम का एक आदमी आया था पाकिस्तान से छूटकर, और वहाँ से ना वो लेटर लेके आया था, तो उसमें हमारे दादाजी का नाम आ गया था। तो तभी से पापा ने कार्रवाई करनी शुरू कर दी, सरकार से लेटर वगैरह कार्रवाई पूरी की उन्होंने, और सरकार ने भी जवाब दिए उन्होंने। फिर बाद में ऐसे वार्तालाप चलती रही, बीच में बंद भी हो गई। अभी फिर एक बार इन्होंने जब भी कहीं भी इनको मौका लगता था तो ये बातचीत करते थे किसी न किसी से। फिरोज़पुर में आए थे, फिरोज़पुर में भी एक आदमी आया था, उनसे भी बात हुई थी, तो उन्होंने भी मतलब मंजूर किया कि इस नाम का आदमी वहाँ पे है। तो तभी तो वो कोट लखपत जेल में थे। तो अभी तो नहीं मालूम है, क्योंकि अभी जो लेटर आया है उसमें उन्होंने जेल के बारे में नहीं बताया, और ये ज़रूर बताया है कि इस नाम का व्यक्ति वहाँ पे मौजूद है। लेटर में क्या है, किसकी तरफ से है, थोड़ा डिटेल में बता। लेटर में सर जैसे विदेश मंत्री को तो और राष्ट्रपति जी को, इनको सभी को लेटर पापा मेरे हमेशा भेजते रहते हैं। तो उनकी तरफ से ये जवाब आया है, विदेश मंत्री की और राष्ट्रपति की तरफ से, दोनों से जवाब मिला है कि वहाँ पे मतलब ये मंगल सिंह नाम का आदमी मौजूद है। तो उसके बाद अभी क्या वार्तालाप हुई? सर अभी तक तो कोई वार्तालाप नहीं हुई, तो हम आगे की कार्रवाई अभी करेंगे। तो एक बात और बताएं कि ये पाकिस्तान में कैसे पहुंच गई, कुछ इंसिडेंट अगर याद है आपको तो थोड़ा सा बता दें। तब तो सर मैं तो नहीं था, जो हमने सुना है, हमने एक बार हमें बुलाया था मेरठ में, तो तभी हमें ना वहाँ पे 71 बोर के जो आदमी थे वहाँ पे उनसे वार्तालाप हुई थी। तो उन्होंने बताया था कि मीन्स जैसे पंडित जी थे वहाँ पे, तो उन्होंने बताया था कि जब लड़ाई हुई थी तो तब एक प्लेन आया था ऊपर से, जैसे बम गिरा तो नदी में ना उनकी कश्ती पलट गई थी। तो तब वो ना पाकिस्तानियों के हाथ में लग गए थे। तो वो कहाँ थी कश्ती डूबी? वो थी बांग्लादेश में। अच्छा, तो फिर पाकिस्तान की जेल में कैसे हुआ, ये कुछ पता है? ये कुछ नहीं पता। तभी कह रहे थे कि जब कश्ती पलट गई तो उनके हाथ में कोई आदमी लगा नहीं था।
तो तब भारत सरकार ने क्या कहा? तब भारत सरकार ने तो ऐसे तो कुछ नहीं कहा था, पर शहीद घोषित कर दिया था उनको। पर 1972 में जब वो बोले थे दोबारा, पर फिर भी उन्होंने कोई कार्रवाई आगे की नहीं। तो अभी ये 72 से लेके अब जब तक ये पत्र आया है आपको, तब तक क्या कि शहीद घोषित कर रखा था या खो गए घोषित कर रखा? ਉਹਨਾਂ ਨੇ ਕਿਹਾ ਜੀ ਫਿਰ ਤੁਹਾਨੂੰ ਅਸੀਂ ਪੈਨਸ਼ਨ ਕਿਉਂ ਦਾ ਖਾਰੇ ਦੇ ਜਰੀਏ ਲਾਈਏ ਫਿਰ ਤੁਸੀਂ ਰੋਟੀ ਵੀ ਖਾਣੀ ਆ। तो क्या कहा था उन्होंने कि ਫਿਰ ਉਹਨਾਂ ਨੇ ਸਾਨੂੰ ਪੈਨਸ਼ਨ ਲਾਤੀ। नहीं की कह के लगाई सी पेंशन की? ਫਿਰ ਉਹਨਾਂ ਨੇ ਤਾਂ ਸ਼ਹੀਦ ਕਰਨਾ ਹੀ ਸੀ, ਸ਼ਹੀਦ ਕਹਿ ਕੇ ਪੈਨਸ਼ਨ ਲਵਾਈ ਸੀ ਉਹਨੇ, ਕਹਿੰਦੇ ਅੱਗਾ ਤੁਹਾਨੂੰ ਅਸੀਂ ਪੈਨਸ਼ਨ ਨਹੀਂ ਲਗਾ ਸਕਦੇ, ਪੈਨਸ਼ਨ ਨਹੀਂ ਲਾ ਤੁਸੀਂ ਸਕਦੇ, ਕਿੱਦਾਂ ਬੱਚੇ ਆਪਣੇ ਪਾਲੋਗੇ। ਉਹਨੇ ਸ਼ਹੀਦ ਕਹਿ ਕੇ ਤਾਂ ਫਿਰ ਉਹਦੀ ਫਿਰ ਪੈਨਸ਼ਨ ਪੈਨਸ਼ਨ ਲਵਾਈ ਲਾ ਸੀ। ਤੇ ਹੁਣ ਵੀ ਸ਼ਹੀਦ ਕੋਸ਼ਿਸ਼ ਕੀਤਾ ਹੈ? ਹਾਂਜੀ। ਉਹ ਮਤਲਬ ਉਹਨਾਂ ਪੈਨਸ਼ਨ ਹੁਣ ਮਿਲ ਰਹੀ ਹੈ? ਪੈਨਸ਼ਨ ਮਿਲ ਰਹੀ ਹੈ। ਕਦੋਂ ਤੱਕ ਮਿਲ ਰਹੀ ਹੈ ਪੈਨਸ਼ਨ? ਪੈਨਸ਼ਨ ਉਹ ਸ਼ੁਰੂ ਤੋਂ ਲਾਈ ਉਹਨੇ। ਸ਼ੁਰੂ ਤੋਂ ਹੀ ਲਾਈ। ਹੁਣ ਵੀ ਮਿਲੀ ਹੈ? ਹਾਂਜੀ, ਮਿਲਦੀ ਹੁਣ। ਅੱਛਾ, ਤੇ ਇਹ ਤੁਸੀਂ ਦੱਸੋ ਜਿਵੇਂ ਇਹ ਦੱਸ ਰਹੇ ਨੇ ਬੇਟਾ ਕਿ ਉਦੋਂ ਤੁਹਾਨੂੰ ਤੁਸੀਂ ਉਦੋਂ ਕਿੱਥੇ ਸੀ ਪੋਸਟਡ ਕਿੱਥੇ ਸੀਗੇ ਜਦੋਂ ਇਹ 72 ਲੜਾਈ ਲੱਗੀ। ਜਾਣਾ ਸੀ ਹਜੇ ਕਲਕੱਤੇ ਸੀ ਕੁਆਟਰ ਲਿਆ ਹੈ, ਅੱਛਾ ਜੀ। ਤਾਂ ਅਸੀਂ ਕਲਕੱਤੇ ਜਾਣਾ ਸੀ। ਤੇ ਫਿਰ ਜਦ 20 ਤਰੀਕ ਕਹਿੰਦੇ ਕਿਸ਼ਤੀ ਡੁੱਬ ਗਈ, ਸਾਡੇ ਘਰ ਤਾਂ ਨਾ ਫਿਰ ਉਸ ਤੋਂ ਬਾਅਦ ਕੀ ਤੁਸੀਂ ਕਿੱਦਾਂ ਕੀਤਾ? ਮੈਂ ਬਸ ਇਦਾਂ ਹੀ ਧੱਕੇ ਖਾਦੇ, ਕਦੀ ਕਿਤੇ ਕਦੀ ਕਿਤੇ। ਫਿਰ ਮੇਰੇ ਇੱਥੇ ਥਮਈਆ ਪਾਰਕ ਕੁਆਟਰ ਮਿਲ ਗਿਆ ਉਹ ਕਿੰਨੇ ਦਿੱਤਾ ਕੁਆਟਰ ਦੇ ਆਇਆ? ਗਵਰਨਮੈਂਟ ਨੇ, ਸਾਡੇ ਤਾਂ ਆਰਮੀ ਵਾਲਿਆਂ ਨੇ। ਅੱਛਾ ਜੀ। ਫਿਰ ਮੈਂ ਇੱਥੇ ਕਾਫੀ ਟਾਈਮ ਰਹੀ। ਫਿਰ ਮੇਰੇ ਬੜੇ ਵਾਲਾ ਮੁੰਡਾ ਚਲੇ ਗਿਆ ਇੱਥੇ ਰਾਮਗੜ੍ਹ ਪੰਜ। ਫਿਰ ਇਹ ਛੋਟਾ ਵੀ ਚਲ ਗਿਆ, ਇਹ ਬਿਮਾਰ ਹੋ ਗਿਆ, ਮੇਰੇ ਕੋਲ ਇੱਥੇ ਆਇਆ ਆ। ਫਿਰ ਮੈਨੂੰ ਮੈਂ ਛੱਡਣ ਗਈ ਉੱਥੇ ਫਿਰ ਮੈਨੂੰ ਰੱਖ ਲਿਆ। ਫਿਰ ਮੈਂ ਰਾਮਗੜ੍ਹ ਹੀ ਰਹੀ, ਕਾਫੀ ਟਾਈਮ ਰਹੀ। ਬੱਚਿਆਂ ਦਾ ਫਿਰ ਕਿਸ ਤਰ੍ਹਾਂ ਹੋਇਆ ਗੁਜ਼ਾਰਾ ਵਗੈਰਾ, ਕਿਸ ਤਰ੍ਹਾਂ ਪਾਲਿਆ? ਬੱਚੇ ਫਿਰ ਬਾਲ ਭਵਨ 'ਚ ਪੜ੍ਹਦੇ ਸੀ, ਉੱਥੇ ਹੀ ਖਾਣਾ ਸੀ, ਉੱਥੇ ਹੀ ਫਿਰ ਖਾਣਾ ਮੇਰਾ ਹੁੰਦਾ ਸੀ ਘਰ। ਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਫਿਰ ਕਿਉਂਕਿ ਬਿਨਾਂ ਮੁਸ਼ਕਲਾਂ ਹੀ ਹੁੰਦੀਆਂ ਜਦੋਂ ਬਾਹਰੋਂ। ਫਿਰ ਅਸੀਂ ਤਾਂ ਕੁਛ ਨਹੀਂ ਸੀ ਕੀਤਾ, ਬੱਚੇ ਛੋਟੇ ਸੀ, ਇਹ ਕੁਛ ਨਹੀਂ ਸੀ ਕਰ ਸਕਦੇ। ਫਿਰ ਮੈਨੂੰ ਉੱਥੋਂ ਮੈਂ ਨਿਕਰਾ ਸੀ ਲੱਪੇ ਜੀ ਫੌਜੀਆਂ ਦੇ ਕੱਪੜੇ। ਫਿਰ ਮੈਂ ਉੱਦਾਂ ਵੀ ਫਰੂਟ ਸਾਟ ਸੀ ਲੈਂਦੀ ਸੀ, ਉਹ ਆ ਜਾਣੀ ਉਹ ਹੋ ਜਾਣਾ। ਫਿਰ ਮੈਂ ਉੱਥੇ ਮਸ਼ੀਨ ਲੈ ਲਈ, ਤੇ ਗੁਜ਼ਾਰਾ ਹੋ ਜਾਂਦਾ ਸੀ ਹੁੰਦਾ ਸੀ। ਹੁਣ ਉਹ ਤਾਂ ਕਰਨਾ ਹੀ ਪੈਣਾ ਸੀ, ਮੈਂ ਜਿੱਦਾਂ ਮਰਜ਼ੀ ਮਤਲਬ ਖਾਣਾ ਗਵਰਨਮੈਂਟ ਖਾਣਾ ਗਵਰਨਮੈਂਟ ਵਿੱਚ ਬੱਚਿਆਂ ਬੱਚਿਆਂ ਨੂੰ ਵੀ ਦਿੰਦੀ। ਕਮਲਜੋਤ ਦੱਸੋ ਹੁਣ ਦੇਖੋ ਇਹਨਾਂ ਦਾ ਰੈਂਕ ਕੀ ਸੀ ਉਸ ਸਮੇਂ? ਇਹ ਲੈਫਟਨੈਂਟ ਸੀ, ਸਿਪਾਹੀ ਸੀਗੇ। ਲਾਂਸ ਰੈਂਕ ਸੀ। ਹਾਂਜੀ। ਹੁਣ ਤੁਹਾਡੇ ਮਨ ਚ ਆਉਂਦਾ ਕਦੀ ਕਿ ਤੁਸੀਂ ਵੀ ਆਰਮੀ ਚ ਹੋ? ਸਰ ਆਰਮੀ 'ਚ ਆਉਂਦਾ ਸੀਗਾ, ਬਟ ਜਦੋਂ ਫਿਰ ਇਹਨਾਂ ਦੀ ਖਬਰ ਆਉਂਦੀ ਸੀਗੀ, ਮੇਰਾ ਵੀ ਇੱਕ ਡ੍ਰੀਮ ਸੀਗਾ ਕਿ ਆਰਮੀ 'ਚ ਜਾਵਾਂ, ਪਰ ਮੇਰੇ ਪਾਪਾ ਨੇ ਫਿਰ ਮੈਨੂੰ ਰੋਕ ਲਿਆ। क्यों रोका थोड़ा सा बता दें? बस यही करके कि हिंदी में बता दें। उन्होंने मुझे रोक लिया इसलिए क्योंकि मेरे दादाजी के ना तभी लेटर आने लगे थे, उनकी मतलब बातचीत अभी सरकार से होने लगी थी, तो उन्होंने इनको जैसे छुड़ाने की बातें चलती थी, तो उन्होंने इसी डर से मुझे आर्मी ने नहीं भेजा। आपकी इच्छा थी? मेरी इच्छा थी, थोड़ा बता दीजिए डिटेल में। मेरी इच्छा थी तो, पर अभी उन्होंने मुझे मना कर दिया। जी बताएं। मेरी भी इच्छा थी कि मैं इंडियन आर्मी में जाऊं। जब मैं अपने पापा और दादाजी की वर्दी देखता था तो मेरी भी यही इच्छा थी कि मैं इंडियन आर्मी में जाऊं, लेकिन जो हालात थे ना, तो उसकी वजह से मुझे इंडियन आर्मी ज्वाइन करने नहीं दी। तो आपके पापा ने क्या किया सबसे पहले काम? सबसे पहले तो उन्होंने आर्मी ज्वाइन की थी। जब भी वो अपनी मतलब पहला काम उनका आर्मी ज्वाइन की थी उन्होंने। कब ज्वाइन की और कब रिटायरमेंट हुई? उन्होंने ज्वाइन के ਉਹ ਪਤਾ ਨਹੀਂ ਕਿਹੜੇ ਸਾਲ ਚ अभी रिटायर है? नहीं, रिटायर नहीं, उन्होंने कितने साल की जो? 9 साल जॉब की उन्होंने। हाँ, फिर किस रेजिमेंट में थे? क्या रैंक था उनका? उनका रैंक भी सिपाही सीगे। कौन से रेजिमेंट में? वो 14 पंजाब। वो छोड़ के आ गए थे बाद में। क्यों? वो उनका ना जो मतलब क्वालिफिकेशन के हिसाब से उनको नौकरी मतलब नहीं थी ठीक। तो उनके बिहार पे मिली थी, पिताजी के बिहार पे भी वैसे? नहीं, बिहार पे नहीं थी, तब तो छोटे वो अपनी मेहनत पे दम पे हुए ये थे। तो गेम में थे,
वॉलीबॉल प्लेयर थे, जी। तो इसके तौर पर उनको नौकरी मिली थी, अफसर में रख लिया था, अच्छा, लेकिन इनकी पढ़ाई पूरी नहीं हुई थी, इसलिए भी छोड़ के आना पड़ा इनको। तो अभी ओवरऑल हम बात करें तो अभी आपकी क्या मन की इच्छा पूरे परिवार की? बस यही इच्छा है कि हमारे डैडी को जल्दी जल्दी लेकर आए इनको। पंजाब लाइव जलंधर तो बंटी कंबोज की रिपोर्ट।